वाहिगुरु। एक ओंकार सतनाम करता पुरख निरभउ निर्वैर अकाल मूरत अजूनी सैभं गुरप्रसाद जिता जियो पिंड सब तेरा तू अंतर जामी पुरख भगवान दासण दास कह जन नानक जिहा तू कराहें तिहा हूँ करी वखियान। गुरु नानक पद पंकज बंदन पाद पंकज बंदन सिमरा अंगद दुख निकंदन। गुरु अमरदास हृदय नित त्याग हृदय नित त्याग। गुरु रामदास गुण गाओ गुरु अर्जन बिघ्न न के नासक बिघ्न न के नासक। गुरु हरगोबिंद शुभ सुमत प्रकाशक। श्री हरि राय नमो कर जोरी नमो कर जोरी। श्री हरि कृष्ण मनाओ बहोरी। गुरु तेग बहादुर परम किरपाला जी परम किरपाला। गुरु गोबिंद सिंह विशाला। तरों तारा पार पुन पुन सीसा जी पुन पुन सीसा। बंदों बार बार जगदीशा। तरों तारा पार पुन पुन सीसा जी पुन पुन सीसा। बंदों बार बार जगदीशा। जिसमें अमृत ज्ञान है माणक भगत बैराग। श्री गुरु ग्रंथ साहिब उदद बंदों कर अनुराग। एक अंकारा सतगुरु जे प्रसाद सच होए। वाहिगुरु जी की फतेह है बिघन बिनाशन सोए।
ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਣ ਸੋਏ। ਵਾਹਿਗੁਰੂ ਜੀ ਦੋਹਰਾ ਇਮ ਮਰਵਾਹੀ ਧੀਰ ਕੁਛ ਰਹੇ ਪਾਏ ਕਰਮਾਹੇ। ਤੋ ਅਦਕ ਚਿੰਤਾ ਹਿਰਦੈ ਜਰੇ ਜਾਤ ਸੋ ਨਾਹੇ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ 6ਵੇਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਇਮ ਮਰਵਾਹੀ ਧੀਰ ਕੁਛ ਰਹੇ ਪਾਏ ਕਰਮਾਹੇ। ਤਉ ਅਦਕ ਚਿੰਤਾ ਹਿਰਦੈ ਜਰੇ ਜਾਤ ਸੋ ਨਾਹੇ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਕੱਲ ਪਿਛਲੇ ਪ੍ਰਕਰਨਾਂ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ, ਮਾਤਾ ਮਰਵਾਹੀ ਜੀ ਆਪਣੇ ਪੁੱਤਰ ਸੂਰਜਮਲ ਵਾਸਤੇ ਕੁਝ ਚਿੰਤਤ ਸਨ, ਤੇ ਜਦੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਮੇਰਾ ਪੁੱਤਰ ਕਾਰੋਬਾਰ ਕੀ ਕਰੇਗਾ, ਗੁਰਤਾ ਗੱਦੀ ਤੁਸੀਂ ਪੋਤਰੇ ਨੂੰ ਦੇ ਦਿੱਤੀ, ਠੀਕ ਕੀਤਾ ਹੈ, ਪਰ ਕਿਰਪਾ ਕਰਕੇ ਇਹ ਸਮਝਾਓ ਕਿ ਜੇ ਮੇਰਾ ਪੁੱਤਰ ਕਿਤੇ ਹੋਰ ਜਾਵੇ ਤੇ ਕੰਮ ਕੀ ਕਰੇਗਾ, ਉਹਦਾ ਗੁਜ਼ਾਰਾ ਕਿਵੇਂ ਚੱਲੇਗਾ। ਸਤਿਗੁਰੂ ਜੀ ਨੇ ਉੱਥੇ ਬਚਨ ਕਹੇ ਕਿ ਜਿਹੜਾ ਸਿੱਖੀ ਤੇ ਸਿਦਕ ਰੱਖੇ, ਪਦਾਰਥਾਂ ਦਾ ਤੇ ਘਾਟਾ ਉਸ ਸਿੱਖ ਦੇ ਘਰ ਕਦੇ ਨਹੀਂ ਹੋਇਆ। ਇਹ ਤੇ ਫਿਰ ਗੁਰੂ ਦਾ ਪੁੱਤਰ ਹੈ ਕਿ ਤੁਸੀਂ ਚਿੰਤਾ ਨਾ ਕਰੋ, ਪਦਾਰਥਾਂ ਦੀ ਕਿਤੇ ਵੀ ਕਮੀ ਨਹੀਂ ਰਹਿਣੀ। ਜਿੱਥੇ ਵੀ ਜਾਣਗੇ ਗੁਰੂ ਪੁੱਤਰ ਕਰਕੇ ਸਿੱਖਾਂ ਨੇ ਸਤਿਕਾਰ ਇੰਨਾ ਦੇਣਾ ਕਿ ਜਿਹੜੇ ਪਦਾਰਥ ਨੇ ਇਹਨਾਂ ਦਾ ਘਾਟਾ, ਇਹਨਾਂ ਦੀ ਤੋਟ ਕਦੇ ਆਵੇਗੀ ਨਹੀਂ। ਔਰ ਜਦੋਂ ਬਾਬਾ ਸੂਰਜਮਲ ਜੀ ਨੂੰ ਨਾਲ ਲੈ ਕੇ ਭਾਈ ਭਾਨਾ ਜੀ ਸਤਿਗੁਰੂ ਦੇ ਚਰਨਾਂ ਵਿੱਚ ਗਏ, ਗੁਰੂ ਸਾਹਿਬ ਨੇ ਪੁੱਛ ਲਿਆ ਕਿ ਸੂਰਜਮਲ ਜੀ ਦੱਸੋ ਗੁਰਤਾ ਗੱਦੀ ਚਾਹੀਦੀ ਹੈ। ਔਰ ਬਾਬਾ ਸੂਰਜਮਲ ਜੀ ਨੇ ਉੱਥੇ ਹੱਥ ਜੋੜੇ, ਸਤਿਗੁਰੂ ਜੀ ਮੈਂ ਗੁਰੂ ਬਣਨ ਵਾਲੀ ਸੰਕਲਪਨਾ ਆਪਣੇ ਮਨ ਵਿੱਚ ਕਦੇ ਵੀ ਨਹੀਂ ਕੀਤੀ, ਕਦੇ ਚਾਹਤ ਨਹੀਂ ਰੱਖੀ, ਪਰ ਫਿਰ ਵੀ ਜੇ ਤੁਸੀਂ ਦੇਣਾ ਹੀ ਕੁਝ ਚਾਹੁੰਦੇ ਜੋ, ਜੇ ਮੇਰੇ ਤੇ ਪ੍ਰਸੰਨ ਜੇ ਤੇ ਕਿਰਪਾ ਕਰੋ ਮੈਨੂੰ ਸਿੱਖੀ ਦੀ ਦਾਤ ਬਖਸ਼ੋ। ਗੁਰੂ ਸਾਹਿਬ ਜੀ ਉੱਥੇ ਪ੍ਰਸੰਨ ਹੋਏ, ਕਈ ਤਰ੍ਹਾਂ ਦੇ ਬਚਨ ਕੀਤੇ। ਬਾਬਾ ਸੂਰਜਮਲ ਜੀ ਨੇ ਆ ਕੇ ਆਪਣੀ ਮਾਤਾ ਨੂੰ ਸਮਝਾਇਆ ਕਿ ਮਾਂ ਦੇਖ, ਗੁਰੂ ਸਾਹਿਬ ਜੀ ਨੇ ਇੰਨੀ ਕਿਰਪਾ ਕੀਤੀ, ਸਿੱਖੀ ਦੀ ਦਾਤ ਦੇ ਦਿੱਤੀ। ਔਰ ਸਤਿਗੁਰੂ ਜੀ ਨੇ ਕਿਹਾ ਸਿੱਖੀ ਮੰਗ ਕੇ ਤੁਸੀਂ ਸਭ ਕੁਝ ਹੀ ਲੈ ਲਿਆ, ਕਿਉਂਕਿ ਸਤਿਗੁਰੂ ਜੀ ਦੇ ਬਚਨ ਬਾਣੀ ਦੇ ਵਿੱਚ ਵੀ ਨੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਗੁਰ ਸਿੱਖ ਚਰਨੀ ਪੜਦਿਆਂ ਜਿਹੜੇ ਗੁਰੂ ਦੇ ਚਰਨ ਵਿੱਚ ਪੈ ਜਾਣ। ਕਵੀ ਸੰਤੋਖ ਸਿੰਘ ਅੱਗੇ ਲਿਖ ਰਹੇ ਨੇ ਕਿ ਇਸ ਤਰ੍ਹਾਂ ਮਾਤਾ ਮਰਵਾਹੀ ਜੀ ਕੁਝ ਕੁ ਉਹਨਾਂ ਨੂੰ ਧੀਰਜ ਆਇਆ, ਗੁਰੂ ਸਾਹਿਬ ਨੇ ਬਚਨ ਵੱਡੇ ਕੀਤੇ ਨੇ, ਪਰ ਫਿਰ ਵੀ ਇੱਕ ਮਾਂ ਹੋਣ ਕਰਕੇ ਪੁੱਤਰ ਦੇ ਲਈ ਵੀ ਕੁਝ ਚਿੰਤਾ ਸੀ। ਤੇ ਕੁਝ ਚਿੰਤਾ ਇਹ ਸੀ ਕਿ ਪਤੀ ਗੁਰੂ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੇ ਹੁਣ ਸਰੀਰ ਛੱਡ ਜਾਣਾ ਹੈ। ਕੰਤ ਸਰੀਰ ਕਿਤਕ ਦਿਨ ਕੇਰਾ, ਵਧੇ ਉਤਾਇਲ ਪਿਛੇ ਚੇਰਾ।
माता मरवाही जी विचार करते हैं कि पति का शरीर किन्ने दिन तक है। जे उन्होंने विचार बना ही लिए छड्ड देना तो अज नहीं तो कल 2-4 दिन में छड्ड जाएंगे, पर किते ये ना होवे कि उन्होंने तो जाण तो बाद किसी तरह का कोई झगड़ा होवे घर विच। कहाँ होते अब क्या होए जय है, कंत प्रभु बिन किम सुख ऐ है। माता मरवाही जी फिर भी इस तरह की विचारा करते हैं कि पता नहीं हुण की होवेगा। पते गुरु तो बिना अगे साडा वसेबा किवें होवेगा, तो असीं गुरु साहिब तो बिना रवांगे किवें। इत्यादिक बृतंत मरवाही सुनो नानकी जिम चित चाही। इत्यादिक इस तरह के विचारा तो कुछ मरवाही जी करते हैं। तो कवि संतोख सिंह जी लिखते हैं अगों माता नानकी जी बारे भी सुनो कि उन्हों की चाहत की है। अत चिंता तुर भय विचारे औजग कहा कंत कृतकारी। माता नानकी जी इस करके चिंतातुर होए ने कि पति गुरु ने छेवें पातशाह जी ने किरत की है कि हुणे शरीर छड्ड जाना है, क्योंकि हजे उम्र बहुती नहीं। पुत्र गरीब ना जाने काऊ सदा मस्त जिम सरल सुभाऊ। ते दूसरी चिंता इस करके भी सी कि मेरा पुत्र तेग बहादुर साहब वो तो निमाणा जिहा है, गरीब जिहा है, उन्होंने तो कोई जानता भी नहीं, सीधे जे सुभाव दे ने। जग के चतुराए व्यवहारे कब ना आज लग अंगीकारे। कि जेड़े लोग दुनिया के काम कर करते हैं इवें दा काम कर तो मेरे पुत्र ने कदे किया ही नहीं, अज तक ही नहीं कदे किया। किस मसंद सो मेल न ठाना आवत दरब जिन्हू के पाना। जेड़े मसंदा के हथी जिन्हों के राही रुपया पैसा हुंदा है उन्होंने मसंदा नाल तो मेरे पुत्र ने कदे मेल जोल ही नहीं रखिया। सिख संगत को जाने भेव मस्तक टेके सम गुरदेव। सिख संगतां विचों भी कोई विरला विरला सिख जानता है कि गुरु साहब का पुत्र इस करके वो सत्कार करते हैं। नाहे ता एका के बहु बैसे नह जाने घर के कृत कैसे। नहीं तो मेरा पुत्र तेग बहादुर साहब जी एक पासे कल्ले बैठा रहता है, घर दी ਜਾਂ बाहर ਦੀ किसी तरह की किरत करते ही नहीं, ना बहुते लोग उन्होंने जानते हैं। इत्यादिक बहु हृदय विचार गुर आवे जब करण आहार। माता नानकी जिस तरह के विचार मन में करते हैं तो सोचते हैं कि जदों गुरु साहब जी लंगर छकण आउणगे बैठे तब समीप सो आए चित को संकट देत सुनाए। तो जदों कदे लंगर छकण आउंदे ने समा मिलता है माता नानकी जी अपने चित्त की गल भी सुनाते हैं। हो तो आसरा एक हमारे कृपा करत बख्शत सुख सारे। माता नानकी जी कहते हैं सतगुरु जी सानू तो केवल इको एक तुहाडा ही आसरा है, तुसीं सानू सारे सुख बख्शे ने। किसू वस्त की चिंतना व्यापे सगल पदार्थ देन सियापे। तुसीं पदार्थां दी ते कोई घाट ही नहीं रहन दित्ती, सारियां बख्शिशां कीतियां ने तुहाडे रहिंदियां ते किसी तरह की कोई भी चिंता नहीं। पीछे कहाँ करे सुत मेरो जिन्हों ना जग मैं है कुछ कृत घेरो। पर सतगुरु जी हुण जे तुसीं शरीर छड्ड जाना है तो फिर तुहाडे पिछों मेरा पुत्र तेग बहादुर है वो की करेगा, किहड़ा काम कर करेगा। काम करना कोई जानता नहीं, किसी नाल मेल जोल ने रखिया नहीं। उदासीन व्रत रह एकाकी मिलबो मुलाकात नह कांकी। वो तो उदास बिरती विच रहिंदे ने, इकल्ले ही रहना पसंद करते हैं, किसी नाल मुलाकात नहीं करते, मिलते जुलते नहीं। लखो आप पे ताहे सुभाऊ हित जीव का कारण काऊ। ते सतगुरु जी सुभाव मेरे पुत्र का तुसीं भी जानते हो, जीविका वास्ते रोजी रोटी वास्ते वो की करे। शूशे शोर चाहो तुम चाले कहो हो सो किसके लागे पाले। सतगुरु जी तुसीं शरीर छड्ड के चले जाना, पर साडे वास्ते किरपा करो कि सानू किंदे पल्ले ला के चलो, असीं कित्थे रहना है।
दई तिनके संग ना किम बणियाई, दई पोतरण को बड़ियाई, तिनके संग ना किम बणियाई। सतगुरु जी तुसी पोतरे नूं गुरता गद्दी दे दित्ती है, ते जे किते समय इवें दा आया समा आ गया उन्हां नाल ना बणी, क्योंकि माँ होण करके अंदर एक चिंता आ गई ना कि जे पोतरे नाल ना बनी, पोतरे दी चाचे नाल ना बनी। एक पोतरे गुर ग्रंथ संभारा, दूती अपने थल बैठारा। एक तुहाडे पोतरे ने ग्रंथ सब सांभ लिया, करतारपुर ते एक तरह का कब्जा कर लिया, ते सतगुरु जी छोटे पोतरे नूं तुसीं एडी वड्डी वडियाई गुरता गद्दी दे दित्ती है। श्री हरगोबिंद कह समझाई, चित में चिंता करो न काई। धन गुरु हरगोबिंद साहिब जी ने नानकी जी नूं कह के समझाया कि तुहानूं किसी भी तरह की कोई चिंता करने की लोड़ ही नहीं। गुर सुत पूजनी है जग केरे, देह उपायन सिख कनेरे। कि गुरु दे पुत्र ने ते संसार दे विच पूजनीक ने। गुरु पुत्र जान करके सिखा ने इन्हां नूं बड़े उपहार देने ने, बड़ियां भेटावां देनियां ने। इनके आश्रित है नर बृंदा, खान पान गुजरान बिलंदा। तुसीं कहंदे हो कि मेरा पुत्र किंदे आसरे रहेगा, इनके आसरे ते अनेकां ने रहना है। अनेकां ने कि पूरा हिंदुस्तान ही इन्हां दे आसरे एक दिन आवेगा। ये सब दा आसरा बनणगे। गुजारा इन्हां दा नहीं, गुजारा इन्हां ने कईयां दा कराउणा है। बहुतन के दाता यह होवैं, सेवें सिख भले निज जोवैं। सतगुरु जी कहंदे ने बड़ियां दे दाते होणगे तेग बहादुर साहब जी। समा आएगा सिखा दे उस तो पहलों भी इन्हां नूं बड़ा पूजना, ते समा आएगा एक दिन सिख सारे पूजणगे। इस विद बहु प्रकार समझावै, तहु नानके धीर न पावै। इस तरह गुरु साहब जी समझाते हैं, पर माँ होने करके किते ना किते फिर लगता कि पुत्र बाद विच पता नहीं किवें रहेगा। निस दिन बीतै गिणत्यो गिणती, चित्ते करहे गुरन सो बिनती। माता नानके जी दिन रात हर वेले मन दे विच ही गुरु साहब जी अगे बेनतियां करते रहते हैं। श्री नानक जी बनो सहाय, मम सुत को होवे बड़ियाई। कि हे धन गुरु नानक देव महाराज जी साडे ते कृपा करो। माँ है, माँ चाहती है कि मेरे पुत्र नूं इस तरह की वड्डी वडियाई मिले। अहो निमानन के तुम मान, सदा नितानन के बड़तान। हे सतगुरु जी तुसीं निमाणियां दे मान हो, निताणियां दे ताण हो, और मेरे पुत्र कोल ते कोई मान भी नहीं, कोई ताण भी नहीं, साडे ते तुसीं हो। बद चतुराई केर सहाय, निज निहित सब करे उपाय। कि कई बहुत ही चतुराई की सहायता लेंदे ने, कोई अपने हित वास्ते किसी तरह का कोई ना कोई उपाय करता ही है ना। मम सुत सब बातन ते हीन, मस्त सुभाव ना कुछ प्रवीण। पर सतगुरु जी मेरा पुत्र ना तो कोई चतुराई विखाउंदा है, इन्हां सारियां गल्लां तो एक पासे रहिंदा, मस्त सुभाव विच रहिंदा है। उन्होंने तो केवल आप जी दा आसरा है। इम दिन केतक जबे बिताए, श्री हर राय सो गुरता पाए। इस तरह जो गुरु हर राय साहब नूं गुरता गद्दी मिली, कई दिन निकले। माता नानके जी हर वेले मन दे विच इस तरह दी अरदासां बेनतियां करदे ने। कहत निता प्रत प्रभ के साथ, चितवत नानके चिंता गाथ। और विचों विचों कदे कदे माता जी श्री गुरु हरगोबिंद साहिब जी नूं ये बेनती कर दिंदे सन, अंदर दी चिंता जाहिर करते सन। पोतरे सर्व भांत बड़े आए, रख छुछे सब आनंद बिठाए। ते कदे कदे माता जी कहते सन कि पोतरे नूं वडियाई दे दित्ती सतगुरु जी, पुत्र सारे ही वो तुसीं खाली रख ले। एक दिन मह श्री हरगोबिंद हित हार के बाहु बिलंद। एक दिन धन गुरु हरगोबिंद साहब महाराज सच्चे पातशाह जी प्रसादा छकण वास्ते घर विच बिराजे ने। हृदय आनंदित चल करे आए, दीर्घ दर्शन दुते सुहाए। हृदय विच बड़े प्रसन्न हो के उथे कहते ने
ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਨੇ ਤੇ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਮਾਤਾ ਜੀ ਨੇ ਵੀ ਕੀਤੇ। ਕੁੰਜਰ ਮਦ ਬਿਲੰਦ ਜੁਤ ਜੈਸੇ ਗਮਨਤ ਸ਼ੋਭਾ ਪ੍ਰਾਪਤ ਤੈਸੇ। ਔਰ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਿਉਂ ਕੋਈ ਢੀਲ ਨਾਲੋਂ ਵੱਡਾ ਹੈ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਨੇ ਉਦਾਹਰਣ ਦਿੱਤੇ ਕਿ ਬੜੇ ਸ਼ੋਭਦੇ ਨੇ, ਵੱਡਾ ਸਰੀਰ ਹੈ। ਬੈਠੇ ਆਸਨ ਪਰ ਸ਼ੁਭ ਥਾਨ ਥਾਰ ਪਰੋਸਿਓ ਅਸਨ ਮਹਾਨ। ਸਤਿਗੁਰੂ ਜੀ ਸਥਾਨ ਤੇ ਬੈਠੇ ਨੇ ਜਿੱਥੇ ਲੰਗਰ ਛਕਣਾ ਹੈ। ਮਾਤਾ ਨਾਨਕੀ ਜੀ ਨੇ ਆਪਣੇ ਹੱਥੀ ਥਾਲ ਪਰੋਸਿਆ ਹੈ। ਸੁਖਮ ਚਾਵਰ ਅਣਕ ਪ੍ਰਕਾਰੇ ਸੂਪਕਾਰ ਬੁੱਧ ਸਾਤ ਸੁਧਾਰੇ। ਤੇ ਮਾਤਾ ਜੀ ਨੇ ਰਸੋਈਏ ਦੇ ਨਾਲ ਸੂਪਕਾਰ ਜਿਹੜਾ ਲੰਗਰ ਬਣਾਉਣ ਵਾਲਾ ਉਹਦੇ ਨਾਲ ਆਪ ਮਿਲ ਕੇ ਇਹ ਲੰਗਰ ਅੱਜ ਬੜੇ ਆਪਣੇ ਹੱਥੀ ਤਿਆਰ ਕੀਤਾ, ਜਿੰਦੇ 'ਚ ਬਹੁਤ ਸੋਹਣੇ ਸੁਖਮ ਚਾਵਰ ਬਾਸਮਤੀ ਦੇ ਲੰਬੇ ਲੰਬੇ ਚੌਲ ਤੇ ਕਈ ਤਰ੍ਹਾਂ ਦੇ ਬਣੇ ਹੋਏ। ਮਦਰ ਸਲਵਣ ਤੁਰਸ ਚਰਪਰੇ। ਇਹ ਚੌਲ ਮਧੁਰ ਦਾ ਅਰਥ ਹੁੰਦਾ ਮਿੱਠੇ ਲੂਣੇ ਖੱਟ ਰਸੇ। ਇਹ ਕਈ ਤਰ੍ਹਾਂ ਦੇ ਨਾਲ ਬਣਾਏ। ਪਾਏ ਸਿਆਦ ਆਹਾਰ ਜੇ ਕਰੇ। ਥਾਲੀ ਵਿੱਚ ਜਿਹੜੇ ਭੋਜਨ ਤਿਆਰ ਕੀਤੇ ਸੰਸਾਰੇ ਪਾ ਕੇ ਲਿਆਏ। ਸਤਿਗੁਰੂ ਜੀ ਨੇ ਛਕੇ। ਪਾਨ ਪਖਾਰ ਪਾਨ ਕੇ ਸਾਥ ਅਚਵਣ ਕਰਨ ਲਗੇ ਜਬ ਨਾਥ। ਸਭ ਤੋਂ ਪਹਿਲੋਂ ਮਾਤਾ ਜੀ ਨੇ ਹੱਥ ਧਵਾਏ। ਗੁਰੂ ਸਾਹਿਬ ਜਦੋਂ ਪ੍ਰਸ਼ਾਦਾ ਛਕਣ ਲੱਗੇ। ਲੱਖ ਅਵਕਾਸ਼ ਨਾਨਕੇ ਆਏ ਬੈਠੇ ਅਭਿਨੰਦਨ ਕਰ ਸਾਈਂ। ਉਦੋਂ ਮਾਤਾ ਨਾਨਕੇ ਜੀ ਸਤਿਗੁਰੂ ਜੀ ਦੇ ਕੋਲ ਨਮਸਕਾਰ ਕਰਕੇ ਬੈਠ ਗਏ ਨੇ ਕਿ ਪ੍ਰਸ਼ਾਦਾ ਛਕਣਾ, ਕਿਸੇ ਤਰ੍ਹਾਂ ਦੀ ਕੋਈ ਲੋੜ ਹੋਰ ਹੋਵੇ ਤੇ ਮੈਂ ਸੇਵਾ ਕਰਾਂ। ਸਣੇ ਸਣੇ ਗੁਰ ਅਚੇ ਆਹਾਰਾ ਹੱਥ ਜੋਰ ਪਤ ਸਾਥ ਉਚਾਰਾ। ਹੌਲੀ ਹੌਲੀ ਸਤਿਗੁਰੂ ਜੀ ਪ੍ਰਸ਼ਾਦਾ ਛਕਦੇ ਨੇ ਤੇ ਮਾਤਾ ਨਾਨਕੀ ਜੀ ਨੇ ਹੌਲੀ ਹੌਲੀ ਫਿਰ ਗੱਲਬਾਤ ਸ਼ੁਰੂ ਕੀਤੀ, ਬਚਨ ਬਿਲਾਸ ਕੀਤੇ। ਸੁਣੋ ਗਰੀਬ ਨਿਵਾਜ ਸੁਵਰਜੀ ਮੋਹਿ ਬਤਾਵੋ ਆਪਣ ਮਰਜੀ। ਅੱਜ ਮਾਤਾ ਜੀ ਕਹਿੰਦੇ ਨੇ ਇਹ ਗੁਰੂ ਗਰੀਬ ਨਿਵਾਜ ਮੇਰੇ ਮਨ ਦੀ ਅਰਜੀ ਹੈ, ਬੇਨਤੀ ਹੈ ਤੇ ਕਿਰਪਾ ਕਰੋ ਮੈਨੂੰ ਆਪਣੀ ਮਰਜ਼ੀ ਵੀ ਦੱਸੋ, ਤੁਹਾਡੀ ਰਜ਼ਾ ਕੀ ਹੈ। ਸਭ ਤੇ ਲਗੂ ਨੰਦਨ ਹੈ ਮੇਰੋ ਇਸ ਦਿਸ ਤੇ ਸੰਸਾ ਬਿਹਤਰੋ। ਮਾਤਾ ਜੀ ਕਹਿੰਦੇ ਨੇ ਭਾਵੇਂ ਤੁਸੀਂ ਕਿਹਾ ਹੈ ਕਿ ਚਿੰਤਾ ਨਾ ਕਰੋ, ਪਰ ਚਿੰਤਾ ਫਿਰ ਵੀ ਆ ਜਾਂਦੀ ਹੈ ਕਿ ਇਹ ਮੇਰਾ ਪੁੱਤਰ ਸਭ ਤੋਂ ਛੋਟਾ ਹੈ। ਪੁੱਤਰ ਵਾਲੇ ਪਾਸੋਂ ਚਿੰਤਾ ਹੁੰਦੀ ਹੈ। ਕਹਾਂ ਭਵਿਕਤ ਮੈਂ ਇਹ ਕਰ ਹੈ ਬੁੱਧ ਵਿਵਹਾਰ ਏਕ ਨਹ ਧਰ ਹੈ। ਕਿ ਆਉਣ ਵਾਲੇ ਸਮੇਂ 'ਚ ਮੇਰਾ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਬਚਨ ਕਰਦੇ ਨੇ ਕਿ ਮੇਰਾ ਇਹ ਪੁੱਤਰ ਜੇ ਲੋੜ ਪਈ ਤਾਂ ਕਾਰੋਬਾਰ ਕੀ ਕਰੇਗਾ, ਕਿਉਂਕਿ ਕਿਸੇ ਤਰ੍ਹਾਂ ਦਾ ਕੰਮ ਕਰਨਾ ਹੀ ਨਹੀਂ ਜਾਣਦੇ, ਕਦੇ ਕੀਤਾ ਹੀ ਨਹੀਂ। ਕਿਤ ਇਹ ਜਾਏ ਬਸੈ ਕਿਸ ਥਾਨ ਕਿਮ ਠਾਨੇ ਆਪਣੀ ਗੁਜ਼ਰਾਨ। ਤੇ ਕਿਰਪਾ ਕਰਕੇ ਇਹ ਵੀ ਸਮਝਾ ਦਿਓ ਕਿ ਮੇਰਾ ਪੁੱਤਰ ਪਰਿਵਾਰ ਸਮੇਤ ਇੱਥੇ ਰਵੇ ਜਾਂ ਕਿਤੇ ਹੋਰ ਜਾ ਕੇ ਵਸੇ। ਜੇ ਗੁਜ਼ਾਰਾ ਕਰੇਗਾ ਤੇ ਕਿਵੇਂ ਕਰੇਗਾ। ਦਈ ਸ਼ਕਤ ਅਰ ਦੋਨੋਂ ਨਗਰੇ ਪੁੱਤਰ ਭਏ ਮਾਲਕਵਤ ਸਗਰੀ। ਸਤਿਗੁਰੂ ਜੀ ਦੋਵੇਂ ਨਗਰੀਆਂ ਕਰਤਾਰਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਇਹ ਤੇ ਸਾਡੇ ਪੁੱਤਰੇ ਲੈ ਗਏ। ਇੱਕ ਨੂੰ ਆਪ ਜੀ ਨੇ ਆਪ ਖੁਸ਼ ਹੋ ਕੇ ਦਿੱਤੀ, ਇੱਕ ਜਣਾ ਜਿਹੜਾ ਸੀ ਧੀਰ ਮੱਲ ਉਹ ਧੱਕੇ ਨਾਲ ਮੱਲ ਕੇ ਬੈਠ ਗਿਆ ਕਰਤਾਰਪੁਰ। ਸੋ ਗਰੀਬ ਤੁਮ ਜਾਣਿਓ ਨਾਹੀ ਲਘੂ ਨੰਦਨ ਸ਼ਕਤ ਨਾ ਕਿ ਜਿਸ ਮਾਹੀ। ਹੁਣ ਮਾਤਾ ਜੀ ਸਮਝਦੇ ਨੇ ਮੇਰਾ ਪੁੱਤਰ ਛੋਟਾ ਹੈ, ਗਰੀਬ ਹੈ, ਇਹਦੇ ਵਿੱਚ ਕੋਈ ਸ਼ਕਤੀ ਨਹੀਂ, ਇਹਦੇ ਬਾਰੇ ਤੁਸੀਂ ਵਿਚਾਰ ਨਹੀਂ ਕੀਤੀ। ਕਰੇ ਵਿਰੋਧ ਧੀਰ ਮਲ ਭਾਰਾ ਪਰ ਵਿਸ਼ਣ ਦੇ ਨਾ ਪੁਰ ਕਰਤਾਰਾ। ਤੇ ਵੱਡਾ ਪੁੱਤਰਾ ਤੇ ਇੰਨਾ ਵਿਰੋਧ ਕਰਦਾ, ਉਹਨੇ ਤਾਂ ਸਾਨੂੰ ਕਦੇ ਜੇ ਲੋੜ ਪਈ ਤੇ ਕਰਤਾਰਪੁਰ ਸਾਹਿਬ ਵੀ ਨਹੀਂ ਜਾਣ ਦੇਣਾ, ਉਹਨੇ ਵੜਨ ਹੀ ਨਹੀਂ ਦੇਣਾ ਅੰਦਰ। ਕੀਰਤਪੁਰ ਕੇ ਸਹਿਤ ਸੁਗਾਦੇ ਸ਼੍ਰੀ ਹਰਿ ਰਾਏ ਪਾਏ ਸੁਖ ਸ਼ਾਦੀ। ਤੇ ਕੀਰਤਪੁਰ ਸਾਹਿਬ ਸੇਤ ਸਮੇਤ ਇਹ ਜਿਹੜੀ ਗੁਰਤਾ ਗੱਦੀ ਹੈ ਸ਼੍ਰੀ ਹਰਿ ਰਾਏ ਸਾਹਿਬ ਜੀ ਨੂੰ ਮਿਲੀ ਹੈ, ਬੜੀ ਖੁਸ਼ੀ ਦੀ ਗੱਲ ਹੈ। ਚਲੋ ਇਹਨਾਂ ਕੋਲ ਹੈ। ਸੂਰਜ ਮਲ ਕੋ ਬਾਕ ਬਖਾਨਾ ਤਿਸ ਕੋ ਬਰਦੇ ਬੰਸ ਮਹਾਨਾ। ਤੇ ਸਤਿਗੁਰੂ ਜੀ ਵੱਡੇ ਪੁੱਤਰ ਸੂਰਜਮਲ ਬਾਰੇ ਵੀ ਤੁਸੀਂ ਬਚਨ ਕੀਤੇ ਨੇ ਕਿ ਉਹਦਾ ਅੰਸ਼ ਵੰਸ਼ ਚੰਗਾ ਵਧੇਗਾ। ਜੋ ਬਚਨ ਤੁਸੀਂ ਕੀਤੇ ਨੇ ਉਹ ਸੱਤ ਹੋਣੇ ਨੇ। ਗੁਰਤਾ ਪੇ ਕਬ ਹੋ ਕੇ ਤਬ ਬੰਸ ਪਾਵੇ ਕੋ ਦਾਰਦ ਵਿਦਵੰਸ। ਤੇ
ਤੇ ਸਤਿਗੁਰੂ ਜੀ ਤੁਸੀਂ ਇਹ ਵੀ ਬਚਨ ਕੀਤੇ ਨੇ ਸੂਰਜਮਲ ਨੂੰ ਕਿ ਗੁਰਤਾ ਗੱਦੀ ਦੇ ਬਰਾਬਰ ਕਿਸੇ ਦਿਨ ਮਾਣ ਸਨਮਾਨ ਮਿਲੇਗਾ ਤੁਹਾਡੀ ਅੰਸ਼ ਵੰਸ਼ ਦੇ ਵਿੱਚੋਂ। ਔਰ ਉਦੋਂ ਵੀ ਬੇਨਤੀ ਕੀਤੀ ਸੀ ਧੰਨ ਗੁਰੂ ਕਲਗੀਧਰ ਪਾਸੇ ਜਦੋਂ ਅਨੰਦਪੁਰ ਸਾਹਿਬ ਨੂੰ ਛੱਡ ਕੇ ਜਾਣਗੇ ਆਪਣੀ ਥਾਂ ਤੇ ਸੂਰਜਮਲ ਨੂੰ ਬਿਠਾ ਕੇ ਜਾਣਗੇ ਕਿ ਤੁਸੀਂ ਇੱਥੋਂ ਦੀ ਦੇਖ ਰੇਖ ਕਰਨੀ ਹੈ। ਇੱਕ ਤਰ੍ਹਾਂ ਦੇ ਨਾਲ ਆਪਣੀ ਥਾਂ ਤੇ ਬਿਠਾਇਆ ਨਾ ਕਿ ਗੁਰਤਾ ਗੱਦੀ ਦੇ ਬਰਾਬਰ ਦਾ ਤੁਹਾਨੂੰ ਸਨਮਾਨ ਮਿਲੇਗਾ। ਤੁਸੀਂ ਇਹ ਵੀ ਬਚਨ ਕਰ ਦਿੱਤੇ ਨੇ ਮਾਂ ਸੁਤ ਕੋ ਕਿਮ ਦੇਤ ਨਾ ਗੁਰਤਾ ਤੁਮਰੇ ਅਨੁਸਾਰੇ ਨਿਤ ਵਰਤਾ। ਪਰ ਮਾਤਾ ਦੇ ਹੱਥ ਤੋਂ ਜੋੜ ਕੇ ਕਹਿੰਦੇ ਨੇ ਸਤਿਗੁਰੂ ਜੀ ਮੇਰੇ ਪੁੱਤਰ ਨੂੰ ਗੁਰਤਾ ਗੱਦੀ ਕਿਉਂ ਨਹੀਂ ਮਿਲੀ? ਇਹ ਤੇ ਤੁਹਾਡੇ ਅਨੁਸਾਰ ਰਹਿੰਦਾ ਹੈ। ਗਨ ਬੇਕਾਰ ਹੰਕਾਰ ਜੇ ਆਦ ਧਰੇ ਨਾ ਕਬਹੂ ਕਰੇ ਪ੍ਰਮਾਦ। ਮੇਰੇ ਪੁੱਤਰ ਨੇ ਤੇ ਕਦੇ ਹੰਕਾਰ ਕਦੇ ਅਪਮਾਨ ਕੀਤੇ ਨੇ, ਵਿਕਾਰ ਇਹਦੇ ਨੇੜੇ ਨਹੀਂ ਆਉਂਦੇ। ਬਿਨ ਗੁਰਤਾ ਕੇ ਸ਼ਕਤ ਬਿਹੀਨ ਮਮ ਸੁਤ ਕੋ ਸਕਹਿ ਨ ਚੀਨ। ਕਿਉਂਕਿ ਗੁਰਤਾ ਗੱਦੇ ਤੋਂ ਬਿਨਾਂ ਤਾਕਤਾਂ ਨਹੀਂ ਮਿਲਦੀਆਂ ਤੇ ਮੇਰੇ ਪੁੱਤਰ ਨੂੰ ਕਿਸੇ ਨੇ ਜਾਣਨਾ ਹੀ ਨਹੀਂ। ਕੌਣ ਸਿੱਖ ਚੱਲ ਕਰ ਟਿਕੇ ਆਵੇ ਕੋ ਅਰਪੇ ਭੇਟਣ ਕੋ ਲਿਆਵੇ। ਕਿਹੜਾ ਸਿੱਖ ਫਿਰ ਮੇਰੇ ਪੁੱਤਰ ਕੋਲ ਆਏਗਾ, ਕਿਹੜਾ ਆ ਕੇ ਭੇਟਾ ਚੜਾਏਗਾ? ਜੇ ਗੁਰਤਾ ਗੱਦੀ ਨਹੀਂ ਤੇ ਫਿਰ ਭੇਟਾ ਕਦੀ ਹੈ। ਮਰੋ ਬਸੂਰ ਦੇਖਤ ਨੰਦਨ ਬਣੇ ਸ਼ਰੀਕੇ ਸਭ ਜਗ ਬੰਦਨ। ਕਿ ਜੇ ਮੇਰੇ ਪੁੱਤਰ ਦੀ ਹਾਲਤ ਇਵੇਂ ਦੀ ਹੋ ਗਈ ਗੁਜ਼ਾਰਾ ਵੀ ਔਖਾ ਹੋ ਗਿਆ ਤੇ ਸਤਿਗੁਰੂ ਜੀ ਮੈਂ ਕਿਵੇਂ ਰਵਾਂ? ਤਿੰਨ ਕੈ ਸਗਲ ਪਦਾਰਥ ਆਵੇ ਹਮ ਬੈਠੇ ਤਿੰਨ ਔਰਤ ਕਾਵੇ। ਜਿਨ੍ਹਾਂ ਨੂੰ ਤੁਸੀਂ ਬਚਨ ਕੀਤੇ ਉਹਨਾਂ ਕੋਲ ਤੇ ਪਦਾਰਥ ਆਉਣਗੇ, ਕਿਤੇ ਨਾ ਹੋਵੇ ਕਿ ਅਸੀਂ ਉਹਨਾਂ ਵੱਲ ਵੇਖਦੇ ਰਹਿ ਜਾਈਏ। ਆਸ ਸੁਤ ਪਰ ਕਿਉਂ ਦਇਆ ਨ ਧਰਤੇ ਨਿਜ ਸਮ ਜਗ ਗੁਰ ਕਿਉਂ ਨ ਹੈ ਕਰਤੇ। ਤੇ ਸਤਿਗੁਰੂ ਜੀ ਜਿੰਦੇ ਵਿੱਚ ਤੁਹਾਡੇ ਪੁੱਤਰ ਵਿੱਚ ਇੰਨੇ ਗੁਣ ਨੇ, ਇਹ ਛੋਟੇ ਪੁੱਤਰ ਤੇ ਕਿਰਪਾ ਕਿਉਂ ਨਹੀਂ ਕਰਦੇ? ਆਪਣੇ ਵਾਂਗ ਇਹਨਾਂ ਨੂੰ ਗੁਰਤਾ ਗੱਦੀ ਜਾਂ ਆਪਣੇ ਵਰਗੀ ਵਡਿਆਈ ਕਿਉਂ ਨਹੀਂ ਬਖਸ਼ਦੇ? ਸੁਣੇ ਗੁਰੂ ਭੋਜਨ ਕੋ ਖਾਹੇ ਚਿਤਵੇ ਇਸ ਪ੍ਰਵਾਸਾ ਨਾਹੇ। ਸਤਿਗੁਰੂ ਜੀ ਭੋਜਨ ਛਕਦੇ ਨੇ ਨਾਲੇ ਵਿਚਾਰ ਕਰਦੇ ਨੇ ਕਿ ਇੱਕ ਦਿਨ ਸਮਝਾਇਆ ਸੀ ਚਿੰਤਾ ਨਾ ਕਰੋ ਗੁਰੂ ਦੇ ਪੁੱਤਰਾਂ ਨੂੰ ਕਮੀ ਨਹੀਂ ਰਹਿਣੀ। ਤੇ ਨਾਨਕੀ ਜੀ ਦੇ ਅੰਦਰ ਫਿਰ ਵੀ ਮਾਂ ਹੋਣ ਕਰਕੇ ਚਿੰਤਾ ਹੈ। ਤ੍ਰਿਪਤ ਹੋਏ ਪੁਨ ਪਾਣੀ ਲੀਨ ਪਾਣ ਬਖਾਰ ਚੁਰੇ ਕੋਕੀਨ। ਪ੍ਰਸ਼ਾਦਾ ਛਕਦੇ ਤੇ ਗੁਰੂ ਸਾਹਿਬ ਜੀ ਨਹੀਂ ਬੋਲੇ, ਪ੍ਰਸ਼ਾਦਾ ਛਕਿਆ ਹੱਥ ਧੋਤੇ ਚੂੜਾ ਕੀਤਾ। ਕਹਿਓ ਬਾਕ ਧੀਰਜ ਕੋ ਧਾਰ ਨਿਜ ਸੁਤ ਸਭ ਲਾਇਕ ਨਿਰਧਾਰ। ਹੱਥ ਧੋਂਦਿਆਂ ਧੋਂਦਿਆਂ ਗੁਰੂ ਸਾਹਿਬ ਨੇ ਬਚਨ ਕੀਤੇ ਨਾਨਕੇ ਜੀ ਧੀਰਜ ਰੱਖੋ, ਤੁਹਾਡਾ ਪੁੱਤਰ ਹਰ ਤਰ੍ਹਾਂ ਦੇ ਨਾਲ ਲਾਇਕ ਹੈ। ਬਿਨ ਗੁਰਤਾ ਗੁਰ ਹੀ ਸਮਝੋ ਸੋਏ ਪੂਜਨ ਉਚਿਤ ਲਖੇ ਸਭ ਕੋਏ। ਜੇ ਗੁਰਤਾ ਗੱਦੀ ਨਹੀਂ ਵੀ ਮਿਲੀ ਇਹ ਬਿਨਾਂ ਗੁਰਤਾ ਗੱਦੀ ਤੋਂ ਵੀ ਗੁਰੂ ਦੇ ਬਰਾਬਰ ਹੀ ਨੇ। ਸਿੱਖਾਂ ਨੇ ਗੁਰੂ ਦੇ ਪੁੱਤਰ ਜਾਣ ਕੇ ਗੁਰੂ ਵਾਂਗੂ ਹੀ ਸੇਵਾ ਕਰਨੀ ਹੈ। ਸੁਣਤ ਨਾਨਕੇ ਨੈਣਨ ਨੀਰ ਰੁੱਦਤ ਬੋਲਤੇ ਸਤਿਗੁਰੂ ਤੀਰ। ਹੁਣ ਜਦੋਂ ਗੁਰੂ ਸਾਹਿਬ ਜੀ ਨੇ ਬਚਨੇ ਵੀ ਕਰ ਦਿੱਤੇ ਕਿ ਗੁਰੂ ਵਾਂਗ ਹੀ ਸੇਵਾ ਸਿੱਖ ਕਰਨਗੇ। ਮਾਤਾ ਨਾਨਕੀ ਜੀ ਦੇ ਨੈਣਾਂ ਦੇ ਵਿੱਚ ਅੱਖਾਂ ਦੇ ਵਿੱਚ ਜਲ ਭਰ ਆਇਆ। ਹੱਥ ਜੋੜ ਕੇ ਫਿਰ ਬੇਨਤੀ ਕੀਤੀ ਗਦ ਗਦ ਗਿਰਾ ਦੁਖੀ ਬਹੁ ਹੋਏ ਪਰਾ ਲਬਦ ਹਮ ਸੁਖ ਨਹਿ ਕੋਈ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਕਿਉਂਕਿ ਇਹਨਾਂ ਬਚਨਾਂ ਦੇ ਵਿੱਚ ਬੜੇ ਸੁੱਖ ਸਨ ਕਿ ਸਾਡੇ ਭਾਗਾਂ ਦੇ ਵਿੱਚ ਤੈਨੇ ਸੁੱਖ ਨੇ ਤੁਸੀਂ ਕਿਰਪਾ ਕੀਤੀ ਹੈ। ਅਟਲ ਰਾਏ ਸੁਤ ਜਿਉ ਨ ਜਾਨ ਕਹੇ ਆਪ ਕੋ ਤਿਆਗੇ ਪ੍ਰਾਣ। ਕਿਉਂਕਿ ਮਾਤਾ ਨਾਨਕੀ ਜੀ ਦੇ ਕੁੱਖ ਦੇ ਵਿੱਚੋਂ 3 ਸਾਹਿਬਜ਼ਾਦਿਆਂ ਦਾ ਜਨਮ ਹੋਇਆ ਸੀ। ਕਹਿੰਦੇ ਅਟਲ ਰਾਏ ਤੁਹਾਡੇ ਬਚਨਾ ਕਰਕੇ ਸਰੀਰ ਨੂੰ ਛੱਡ ਕੇ ਚਲਾ ਗਿਆ। ਤੈਸੇ ਗਤ ਕੁਛ ਜਾਣੇ ਜਾਏ ਤੇਗ ਬਹਾਦਰ ਅਬ ਦੁਖ ਪਾਏ। ਤੇ ਸਤਿਗੁਰੂ ਜੀ ਮੈਨੂੰ ਇਸੇ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਅਟਲ ਰਾਏ ਇਸ ਸੰਸਾਰ ਤੋਂ ਚਲੇ ਗਏ ਤੇ ਤੇਗ ਬਹਾਦਰ ਸਾਹਿਬ ਜੀ ਜਿਹੜੇ ਮਸਤ ਰਹਿੰਦੇ ਨੇ ਇਹਨਾਂ ਦੇ ਕੋਲ ਸ਼ਾਇਦ ਕੋਈ ਆਵੇ ਹੀ ਨਾ। ਇਸ ਕਰਕੇ ਮਨ ਦੇ ਵਿੱਚ ਚਿੰਤਾ ਸੀ। ਮੁਝ ਸਮੇਤ ਜੇ ਸਕੇ ਕਿ ਨਾਹੀ ਕਰਿਓ ਅਨਾਦਰ ਸਹਿਓ ਨਾ ਜਾਹੀ। ਕਿ ਮੇਰੇ ਸਮੇਤ ਜੇ ਮੇਰੇ ਪੁੱਤਰ ਦਾ ਕੋਈ ਅਨਾਦਰ ਕਰੇਗਾ ਕਿਤੇ ਇਹ ਨਾ ਹੋਵੇ ਅਟਲ ਰਾਏ ਦੀ ਤਰ੍ਹਾਂ ਇਹ ਵੀ ਸਰੀਰ ਛੱਡ ਜਾਣ। ਮੈਨੂੰ ਇਹ ਚਿੰਤਾ ਸੀ।
तुमरे तन त्यागण के आगे मर है हम दोनों दुख पागे। ते सतगुरु जी चिंता इन्नी सी, इवें लगदा सी तुसी शरीर नूं छड्डना है ते तुहाडे तो पहलों असीं तन नूं छड्ड जाइए। होए नह सके शरीक अधीन याते मरबो निके चीन। सतगुरु जी इस तरह के विचार आउंदे सन कि तुहाडे बचन जिन्हां ते मैनूं भरोसा भी है, पर जिवें पुत्तर दा सुभाਅ उहनूं वेख के लगदा सी कि जिउणा औखा हो जाना है। बहु परिवार जान जंजार नह समझते हृदय मजार। क्योंकि मेरा पुत्र इन्ना को उदासी रहिंदे ने, उदासहीन विच रहिंदे ने, एकांत विच रहिंदे ने कि जिवें परिवार नूं जंजाल समझदे होण। हुतो रुमाल पहुँचते हाथ सो इकट्ठो कर कै तब नाथ। गुरु साहब जी उदों प्रसादा छक के जिस रुमाल दे नाल हथ पूंज रहे सन, हथ पूंज के उस रुमाल नूं इकट्ठा कीता, तय कीता। चोरी बिखै डार सो देन कुशक कोप ते बोलन कीन। और रुमाल माता नानकी जी दे झोली दे विच पा दिता और गुरु साहब जी ने कुछ वीर रस दे विच फिर बचन कहे। चाहत रहत जिए कहत विसाला सो गुरता लीजे इस काला। सतगुरु कहंदे नानके जी तुहानूं कहा कि घाटा नहीं पैंदा, आ लो आ गुरता गद्दी है, रुमाल दिता है ते ये बचन किते कि ये रुमाल मेरे पुत्र नूं देना है। ये रुमाल एक दिन हिंदुस्तान की चादर बनेगा। हमको कायल कर तैलीन संकट सहत होए जसपीन। गुरता गद्दी ते बैठणगे ते नानकी जी ये गुरता गद्दी ते बैठना कोई इन्ना सौखा काम नहीं, क्योंकि गुरता गद्दी देनी ना तो साडे हथ वस है ते ना ही इहदे उत्ते बैठना इन्ना सौखा है। जे तुहानूं ये लगदा होएगा कि तो सुख बड़े मिलते हैं तो इस समा आउणा ऐसा है कि तुहानूं बड़ा कुछ वेखना पएगा। सह शरीर पर बिघन अनेक गुरता पाए कष्ट को धारै। अणक बेखेरे उठे न टारै। क्योंकि समा आउणा है, अज दादे ने पोतरे नूं गद्दी दित्ती है, समा आएगा पोतरा फिर दादे नूं देगा। क्योंकि धन गुरु हरकृष्ण साहिब जी ने यही कहना है ना, बाबा बकाले। पर गुरु साहब जी कहते हैं इहदे विच संकट भी आने ने, क्योंकि गुरु साहब ने ब्याउती इवें दी बनाई। श्री हर राय साहब जी नाल भी कुछ ऐसे बचन करने ने कि तुसीं जंग युद्ध नहीं करना, पर नाल 2200 घोड़सवार भी दिते ते ये भी क्या रहना भी सुचेत है। जे कोई चढ़ के ही आ गया, जे कोई ना ही टलिया तो सुचेत भी रहना, पर जंग युद्ध नहीं करने। गुरु साहब को पता सी लोड़ ही नहीं पैनी। हुण सतगुरु जी ये भी जानते हैं कि गुरु तेग बहादुर साहब जी ने गुरता गद्दी ते बहना है, तो माता वास्ते उदों बड़ा औखा काम होना कि मेरे पुत्र का जो दिल्ली तो कल्ले सीस आउणा है। ये गुरु साहब जी सारा कुछ जानते हैं, भावें इस तरह नहीं किया पर वचन कर दिते कि कष्ट भी सहना पएगा। पुन पुत्रा तो वो होए गुर भारे सहस्रेक पर बिघन अनेक। तू सुत राखे गुरता एक। तेरा पुत्र गुरु बनेगा एक दिन, गुरता गद्दी आएगी। नाले के फिर वचन कर दिता पुन पुत्रा तो होए गुर भारे, कि तुहाडे घर पुत्रा आउणा है तो वह पोतरा कला गुरु नहीं, भारी गुरु बनेगा, बड़ा वड्डा गुरु बनेगा। सहे कष्ट जे अणक प्रकारी, पर कष्ट उन्होंने भी सहने पैने ने, क्योंकि दुनियावी तौर पर देखो इदों वड्डा कष्ट किहड़ा होएगा। आनंदपुर साहब उजड़ जाना, घर बार सारा उजड़ जाना, ये भी कष्ट है। पर पुत्रां दे लाशां दे कोलों लंघ जाना ते रहना फिर भी आनंद विच दुनिया के हिसाब नज़र नाल ते भी बड़ा वड्डा कष्ट है। ये गुरु साहब ने वचन किते, कष्ट उन्होंने भी सहने पैने ने। सुनत नानके चोरी पाए सुर मार ले नो तन लाए। ये बचन सुने नानके जी ने जेड़े झोली च रुमाल पाया से उन्होंने सामभ लिया कि ये मेरे पुत्र गुरु तेग बहादुर साहब जी नूं देना है। हाथ बंद गुर दिसकार बंदन, निश्चय कीण होए गुरनंदन।
माता जी के अंदर निश्चय हो गया कि गुरु साहब ने बचन किए मेरा पुत्र भी गुरु बनेगा, पोतरा आएगा वो भी गुरु बनेगा। सदने अपने बैठे जाए, सतसो सर्व प्रसंग सुनाए। माता नानके जी घर चले गए। इत्थे कविराज ने कला रुमाल लिखिया, पर विद्वान इतिहासकार लिखते हैं कि गुरु साहब जी ने इत्थे बचन 3 गए सन, 3 ही बख्शिशां कीतियां सन। एक रुमाल दिता, एक पोथी दी, तो एक कटार दी। बचन कहे सन ये रुमाल मेरे पुत्र तेग बहादुर साहब नूं दिओ, ये पोथी मेरी नौं गुजरी जी नूं देनी, तो एक कटार है जदों पोतरा आएगा उनके हाथ में देनी है, जिन्ना भारी गुरु बनना है। माता जी बड़े प्रसन्न होए, घर में गए, अपने पुत्र श्री गुरु तेग बहादुर साहब जी नाल ये सारे बचन विलास किए जो गुरु नाल होए। नह मन कुछ श्री तेग बहादुर, एक रस बिरती बृति अनादर सादर। पर धन गुरु तेग बहादुर साहब जी इन्हां गल्लां तो बिल्कुल उपर सन। वो सुनने तो पहलों भी उस रस में सन, जी गलबात सुनाई सुन के भी उस रस में ने। उन्होंने इन्हां गल्लां नाल कोई फर्क नहीं पिया, पर माता जी ने सारियां गल्लां सुनाइयां। कवि संतोख सिंह जी ने इत्थे अध्याय खत्म किया है। अगले अध्याय में सतगुरु जी ने कुछ बचन विलास ने वो श्री हर राय साहब जी नाल करने ने। इस तो बाद गुरु साहब जी ने अपने तन नूं त्यागण की तैयारी करनी है, और सतगुरु जी जिवें कृपा करनगे समय के मुताबिक इतनी बेनती प्रवान करनी है जी। आओ 1-2 वारी रसना दे नाल लवाइए हाजरी, फिर समाप्ति है जी। वाहेगुरु 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 वाहेगुरु। वाहेगुरु